ਕੌਣ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੈ। ਈਸ ਬ੍ਰਹਮ ਗਿਆਨ ਧਿਆਨ ਧਰਤ ਹੀਐ ਚਾਹੇ ਜਿਉ। ਸਤਿ ਸਾਸਰੀ ਨਿਵਾਸ ਆਦਿ ਪੁਰਖ ਸਦਾ ਤੁਹੀ। ਵਾਹਿਗੁਰੂ 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 ਵਾਹਿ ਜਿਉ। ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਹਉ ਮੈਂ ਕਰਦਿਆਂ ਜਨਮ ਗਵਾਇਆ। ਆਗੈ ਮੋਹ ਨਾ ਚੂਕੈ ਮਾਇਆ। ਹਉ ਮੈਂ ਕਰਦਿਆਂ ਜਨਮ ਗਵਾਇਆ। ਆਗੈ ਮੋਹ ਨਾ ਚੂਕੈ ਮਾਇਆ। ਅੱਗੇ ਜਮ ਕਾਲ ਲੇਖਾ ਲੇਵੈ। ਜਿਉ ਤਿਲ ਕਹਾਣੀ ਪੀੜਾਇਂਦਾ। ਪੂਰਾ ਭਾਗ ਗੁਰ ਸੇਵਾ ਹੋਈ। ਨਦਰ ਕਰੇ ਤਾਂ ਸੇਵੇ ਕੋਈ। ਜਮ ਕਾਲ ਤਿਸ ਨੇੜ ਨਾ ਆਵੈ। ਮਹਿਲ ਸੱਚਾ ਸੁਖ ਪਾਇਂਦਾ। ਤਿਨ ਸੁਖ ਪਾਇਆ ਜੋ ਤੁਧ ਪਾਏ। ਪੂਰਾ ਭਾਗ ਗੁਰ ਸੇਵਾ ਲਾਏ। ਤੇਰਾ ਹੱਥ ਹੈ ਸਭ ਵਡਿਆਈ। ਜਿਸ ਦੇਵੈ ਸੋ ਪਾਇਂਦਾ। ਅੰਦਰ ਪ੍ਰਗਾਸ ਗੁਰੂ ਤੇ ਪਾਏ। ਨਾਮ ਪਦਾਰਥ ਮਨ ਵਸਾਏ। ਗਿਆਨ ਰਤਨ ਸਦਾ ਘਟ ਚਾਨਣ। ਅਗਿਆਨ ਅੰਧੇਰ ਗਵਾਇਂਦਾ। ਅਗਿਆਨੀ ਅੰਧੇ ਦੂਜੈ ਲਾਗੇ। ਬਿਨ ਪਾਣੀ ਡੁੱਬ ਮੁਏ ਅਭਾਗੇ। ਚਲਦਿਆਂ ਘਰ ਦਰ ਨਦਰ ਨਾ ਆਵੈ। ਜਮ ਦਰ ਬਾਧਾ ਦੁਖ ਪਾਇਂਦਾ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ। ਗਿਆਨੀ ਧਿਆਨੀ ਪੁੱਛੋ ਕੋਈ। ਸਤਿਗੁਰ ਸੇਵੇ ਤਿਸ ਮਿਲੈ ਵਡਿਆਈ। ਦਰ ਸੱਚਾ ਸ਼ੋਭਾ ਪਾਇਂਦਾ। ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ। ਮਮਤਾ ਕਾਟ ਸੱਚ ਲਿਵ ਲਾਏ। ਸਦਾ ਸੱਚ ਵਣਜੈ ਵਾਪਾਰੀ। ਨਾਮੋ ਲਾਹਾ ਪਾਇਂਦਾ। ਆਪੇ ਕਰੇ ਕਰਾਏ ਕਰਤਾ। ਸ਼ਬਦ ਮਰੈ ਸੋਈ ਜਨ ਮੁਕਤਾ। ਨਾਨਕ ਨਾਮ ਵਸੈ ਮਨ ਅੰਤਰ। ਨਾਮੋ ਨਾਮ ਧਿਆਇਂਦਾ।
ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੋ ਨਾਮ ਧਿਆਇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਜਿਸ ਦੇ 16 ਬੰਦ ਨੇ, 8 ਬੰਦਾਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਸੀ। ਬਾਕੀ 8 ਬੰਦਾਂ ਦੀ ਵਿਚਾਰ ਆਪ ਜੀ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਹਿਬਾਨ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ। ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਵਿਚਾਰ ਸਰਵਣ ਕਰੋ। ਸੰਗਤਾਂ ਪ੍ਰਤੀ ਇੱਕ ਜ਼ਰੂਰੀ ਬੇਨਤੀ ਹੈ, ਪਿਛਲੇ ਦਿਨੀ ਸਰਦਾਰ ਗੁਰਪ੍ਰੀਤ ਸਿੰਘ ਦੀ ਜੋ ਦਿੱਲੀ ਵਿਖੇ ਹੱਤਿਆ ਹੋਈ ਹੈ, ਉਸ ਦੇ ਵਿਰੋਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਨੂੰ ਇਨਸਾਫ ਮਿਲ ਸਕੇ, ਇਸ ਵਜੋਂ ਇੱਕ ਅੱਜ ਕੈਂਡਲ ਮਾਰਚ ਗੁਰਦੁਆਰਾ ਮਾਤਾ ਸੁੰਦਰੀ ਤੋਂ ਸ਼ਾਮ 5:30 ਵਜੇ ਆਰੰਭ ਕੀਤਾ ਜਾ ਰਿਹਾ ਹੈ। ਜੋ ਇਹ ਕੈਂਡਲ ਮਾਰਚ ਦਿੱਲੀ ਪੁਲਿਸ ਹੈੱਡਕੁਆਰਟਰ ITO ਤੱਕ ਜਾਵੇਗਾ। ਸਾਡਾ ਸਮੂਹ ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਐਸੀ ਅਣਸੁਖਾਵੀ ਘਟਨਾ ਦੁਬਾਰਾ ਫੇਰ ਨਾ ਹੋ ਸਕੇ। ਸਾਰੇ ਹੀ ਇਸ ਕੈਂਡਲ ਮਾਰਚ ਵਿੱਚ ਅਸੀਂ ਸ਼ਾਮਲ ਹੋਈਏ ਤਾਂ ਕਿ ਗੁਰਪ੍ਰੀਤ ਸਿੰਘ ਨੂੰ ਇਨਸਾਫ ਮਿਲ ਸਕੇ। ਆਓ ਗੁਰਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੱਡ ਭਾਗੇ ਹੋ ਜੋ 8ਵੇਂ ਪਾਤਸ਼ਾਹ ਪ੍ਰੀਤਮ ਸਤਿਗੁਰੂ ਇਸ ਹੈ ਸਭ ਦੁੱਖ ਜਾਏ ਇਨਾ ਬੜੇ ਮਾਲਕ ਮਹਾਰਾਜ ਜੀ
पर जितनी भी गुरबाणी है, लोग जाने ये गीत है, ये तो ब्रह्म विचार। अजे भी दुनिया का एक भुलेखा है कि ये तो केवल गाया जाने वाला एक गीत है भाई। सतगुरु कहते ने नहीं, इस बाणी दे नाल जुड़न दा तरीका है कि इसनूं गा के इस बाणी नाल जुड़िया जा सकता है। इस बाणी दे नाल जुड़न दा तरीका है कि पाठ करके जुड़िया जा सकता है। इस बाणी दे नाल जुड़न दा तरीका है कि विचार करके इस बाणी दे नाल जुड़िया जा सकता है। कीर्तन होवे, पाठ होवे, विचार होवे, ये बाणी दे नाल जुड़न दे तरीके हैं। बाणी नूं अंदर हिरदे तक लैके जाण दे तरीके हैं। ये इस बाणी दा रस मानण दे तरीके हैं। ये इस बाणी तो ज्ञान हासिल करन दे तरीके हैं। बाणी वाह वाह बाणी निरंकार है, तिस जेवड़ अवर ना कोई। ये बाणी आप परमेश्वर रूप है और इस बाणी दे तुल संसार विच दूसरा कुछ भी नहीं है। इस बाणी दे बराबर ना कोई बाणी है, इस बाणी दे बराबर ना ही कोई होर किसी नूं कोई पद पदवी हासिल है। साडी खुशकिस्मती है कि सानू सतगुरां ने ये अकाली बाणी, धुर की बाणी, खसम की बाणी बख्शिश करके सतगुरु जी ने साडा लोक ते परलोक सवारन वास्ते ये बहुत वड्डा परोपकार किया है। पर सब तो वड्डी जिहड़ी भेद की गल है कि अज गुरु नानक दे सिख नूं पुछया जाए तेरा गुरु कौन है, तो साडा जवाब होना चाहिए कि साडा गुरु शब्द है। और इस गल का सानू मान होना चाहिए, स्वैमान होना चाहिए। साडे अंदर इस गल दे प्रति एक बहुत वड्डा एक भरोसा, एक सिदक होना चाहिए कि साडे गुरु ने सानू वो गुरु बख्शे है जिहड़ा उसदा अपना गुरु सी। गुरु नानक दे पिता महाराज नूं जे पुछया गया कि कौन गुरु किसका तू चेला, तो सतगुरु पिता महाराज ने उपदेश दिता सी, शब्द गुरु सुरत धुन चेला। पर इस सारे कुछ के बावजूद जे अज फिर असी भटकदे हाँ, असी दुखी हाँ, असी खोटे सोने दे वांग जिवें वो कुठाली विच भज्जा फिरदा है, असी भी दौड़े फिरदे हाँ। बहुत सारा कुछ असी अनमतां तो अपने जीवन विच लैके आउंदे हां। दूसरियां मतां दा प्रभाव, दूसरे मतां दा ज्ञान, पर इस एक बड़ी वड्डी साडे कोल एक इतिहासक हिस्टोरिकल एक पवित्र थां है नानक मत्ता साहब। और मैं समझदा कि इस तो वड्डे किसी प्रमाण की लोड़ नहीं। इस दा नाम किसी वेले गोरख मत्ता हुंदा सी, पर यह गोरख मत्ता उदों सी
ਜਦੋਂ ਇੱਥੇ ਮੱਤ ਗੋਰਖ ਦੀ ਵਰਤਦੀ ਸੀ, ਉੱਥੇ ਜੋਗੀ ਰਹਿੰਦੇ ਸਨ ਅਤੇ ਉਹ ਜੋਗੀ ਲੋਕ ਆਪਣੇ ਗੁਰੂ ਗੋਰਖ ਦੇ ਦੱਸੇ ਹੋਏ ਮਤ ਮੁਤਾਬਕ, ਵੇਖੋ ਮਤ ਦਾ ਅਰਥ ਅਕਲ ਵੀ ਹੈ, ਮਤ ਦਾ ਅਰਥ ਧਰਮ ਵੀ ਹੈ। ਸਿੱਖ ਮਤ, ਈਸਾਈ ਮਤ, ਇਸਲਾਮ ਮਤ, ਹਿੰਦੂ ਮਤ, ਔਰ ਮਤ ਦਾ ਆਖਰੀ ਅਰਥ ਅਕਲ ਵੀ ਹੈ। ਜਿਸ ਵੇਲੇ ਉਥੇ ਗੁਰੂ ਗੋਰਖ ਦੀ ਅਕਲ ਵਰਤਦੀ ਸੀ, ਉਦੋਂ ਇਸ ਦਾ ਨਾਮ ਜਿਹੜਾ ਸੀ ਉਹ ਗੋਰਖ ਮੱਤਾ ਸੀ। ਫਿਰ ਜਦੋਂ ਉਥੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਆਏ ਤਾਂ ਇਸ ਦਾ ਨਾਮ ਹੋ ਗਿਆ ਨਾਨਕ ਮੱਤਾ। ਇਹਦਾ ਅਰਥ ਕੀ ਹੈ ਕਿ ਜੇ ਤੁਹਾਡੇ ਕੋਲ ਮਤ ਗੁਰੂ ਨਾਨਕ ਦੀ ਹੈ ਤੇ ਤੁਸੀਂ ਨਾਨਕ ਮਤੇ ਹੋ, ਜੇ ਤੁਹਾਡੇ ਕੋਲ ਮਤ ਗੋਰਖ ਦੀ ਹੈ ਤੇ ਤੁਸੀਂ ਗੋਰਖ ਮਤੇ ਹੋ ਭਾਈ। ਇਹ ਗੱਲ ਸਾਨੂੰ ਸਮਝ ਆਉਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇ ਸਾਡੇ ਕੋਲੇ ਮਤ ਆਪਣੇ ਮਨ ਦੀ ਹੈ ਤਾਂ ਅਸੀਂ ਮਨ ਮਤੇ ਹਾਂ। ਜੇ ਸਾਡੇ ਕੋਲ ਮਤ ਗੁਰੂ ਦੀ ਹੈ ਤੇ ਅਸੀਂ ਗੁਰਮਤੇ ਹਾਂ। ਇਹ ਸ਼ਬਦ ਬਹੁਤ ਬੋਲਿਆ ਜਾਂਦਾ ਹੈ, ਮਨਮਤ ਤੇ ਗੁਰਮਤ। ਸਾਨੂੰ ਇਦਾਂ ਲੱਗਦਾ ਵੀ ਸ਼ਾਇਦ ਇਹ ਕੋਈ ਪੁਰਾਣੇ ਯੁੱਗ 'ਚ ਦੋ ਭੈਣ ਭਰਾ ਹੋਣਗੇ, ਗਿਆਨੀ ਲੋਕ ਰੋਜ਼ ਹੀ ਉਹਨਾਂ ਦਾ ਨਾਂ ਲੈਂਦੇ ਨੇ। ਕੋਈ ਚੰਗਾ ਬੰਦਾ ਹੋਏਗਾ, ਕੋਈ ਮਾੜਾ ਬੰਦਾ ਹੋਏਗਾ। ਨਹੀਂ ਭਾਈ, ਇਹ ਗੱਲ ਸਿੱਧੇ ਤੌਰ ਤੇ ਮੇਰੇ ਨਾਲ ਤੇ ਤੁਹਾਡੇ ਨਾਲ ਸੰਬੰਧਿਤ ਹੈ। ਜੇ ਤੁਸੀਂ ਮਨ ਦੀ ਮਤ ਕਰੋਗੇ ਤੇ ਮਨ ਮਤ ਹੋਏਗੀ, ਜੇ ਤੁਸੀਂ ਗੁਰੂ ਦੀ ਮਤ ਕਰੋਗੇ ਤੇ ਗੁਰਮਤ ਹੋਏਗੀ। ਜੇ ਤੁਹਾਡੇ ਕੋਲੇ ਨਾਨਕ ਦੀ ਮਤ ਹੈ ਤੇ ਤੁਸੀਂ ਨਾਨਕ ਮਤੇ ਦੇ ਵਾਸੀ ਹੋਵੋਗੇ। ਜੇ ਤੁਹਾਡੇ ਕੋਲੇ ਗੋਰਖ ਦੀ ਮਤ ਹੈ ਤੇ ਤੁਸੀਂ ਗੋਰਖ ਮਤੇ ਹੋਵੋਗੇ। ਹੁਣ ਇਹ ਫੈਸਲਾ ਤੇ ਆਪਾਂ ਆਪ ਕਰਨਾ ਹੈ। ਅੱਜ ਕੱਲ ਵੱਡੇ ਵੱਡੇ ਜਿਹੜੇ ਮਾਲ ਨੇ, ਸ਼ੋਰੂਮ ਨੇ, ਉਹਨਾਂ ਦੇ ਵਿੱਚ ਜਿੱਥੇ ਖਾਸ ਕਰਕੇ ਕੱਪੜਾ ਵਿਕਦਾ ਹੈ, ਸੀਤਾ ਸਤਾਇਆ, ਬਣਿਆ ਬਣਾਇਆ, ਜਿਹਨੂੰ ਆਪਾਂ ਰੈਡੀਮੇਡ ਕਹਿੰਦੇ ਆ, ਉੱਥੇ ਉਹਨਾਂ ਨੇ ਡਰੈਸਿੰਗ ਰੂਮ ਬਣਾਏ ਹੋਏ ਨੇ, ਵੱਡੇ ਵੱਡੇ ਸ਼ੀਸ਼ੇ ਲੱਗੇ ਹੋਏ ਨੇ। ਤੁਸੀਂ ਲੱਖ ਕੱਪੜਾ ਪਾ ਕੇ, ਕੋਟ ਪਾ ਕੇ, ਪੈਂਟ ਪਾ ਕੇ, ਟਾਈ ਲਾ ਕੇ, ਕੋਈ ਸ਼ਰਟ ਪਹਿਨ ਕੇ, ਤੁਸੀਂ ਭਾਵੇਂ ਸੇਲਜ਼ਮੈਨ ਨੂੰ ਹੀ ਪੁੱਛੋ ਕਿ ਮੈਨੂੰ ਕਿੱਦਾਂ ਲੱਗਦੀ ਹੈ, ਉਹ ਕਹਿੰਦੇ ਸਰ ਤੁਸੀਂ ਅੰਦਰ ਚਲੇ ਜਾਓ ਨਾ। ਸਾਡੇ ਕੋਲੇ ਵੀ ਗੁਰਬਾਣੀ ਦਰਪਣ ਹੈ। ਸਾਡਾ ਦੁਖਾਂਤ ਇਹ ਹੈ ਕਿ ਮੈਂ ਆਪਣਾ ਧਰਮ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਦੱਸੋ ਜੀ। ਜਿਵੇਂ ਅੱਜ ਕਥਾ ਨਾਲ ਹੋ ਰਿਹਾ, ਕਥਾ ਕਰਨ ਤੋਂ ਬਾਅਦ ਪੁੱਛਿਆ ਜਾਂਦਾ ਫੋਨ ਕਰਕੇ ਵੀ ਮੈਂ ਠੀਕ ਕੀਤੀ ਹੈ ਜੀ। ਕੀਰਤਨ ਕਰਨ ਤੋਂ ਬਾਅਦ ਇਹ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਂ ਠੀਕ ਕੀਤਾ ਹੈ ਜੀ। ਸਵਾਲ ਇਹ ਹੈ ਵੀ ਤੈਨੂੰ ਆਪ ਨੂੰ ਰਸ ਆਇਆ? ਜੇ ਤੈਨੂੰ ਰਸ ਆ ਗਿਆ ਤੇ ਸਮਝ ਲਈ ਸਾਰਿਆਂ ਨੇ ਪੁੰਝ ਲਿਆ। ਅੱਜ ਗੁਰਬਾਣੀ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਦਰਪਣ ਨਹੀਂ ਹੈ। ਸਤਿਗੁਰੂ ਦੀ ਬਾਣੀ ਦੇ ਵਿੱਚੋਂ ਤੁਸੀਂ ਆਪਣੇ ਧਰਮ ਨੂੰ ਆਪ ਵੇਖਣਾ ਹੈ। ਕਿੱਥੇ ਖਲੋਤੇ ਆਪਾਂ? ਅੱਜ ਸਾਡੇ ਵਿੱਚ ਕਿੰਨੇ ਲੋਕ ਨੇ, ਪੁੱਛੋ ਜੀ ਸਵੇਰੇ ਕਿੰਨੇ ਵਜੇ ਘਰੋਂ ਤੁਰਦੇ ਹੋ? ਕਹਿੰਦੇ ਜੀ 5 ਵਜੇ ਗਿਆਨੀ ਜੀ ਤੁਰ ਪਈਦਾ। ਫਿਰ ਕਹਿੰਦੇ ਜੀ ਸਾਰੇ ਗੁਰਦੁਆਰਿਆਂ ਵਿੱਚ ਜਾਈਦਾ ਮੱਥਾ ਟੇਕਣ।
ਪੁੱਛੋ ਵੀ ਕਿਤੇ ਕੀਰਤਨ ਸੁਣਿਆ? ਨਹੀਂ ਜੀ। ਕਿਤੇ ਬੈਠ ਕੇ ਕਥਾ ਸੁਣੀ? ਨਹੀਂ ਜੀ। ਕਿਤੇ ਖਲੋ ਕੇ ਅਰਦਾਸ ਵਿੱਚ ਹਾਜ਼ਰੀ ਭਰੀ? ਨਹੀਂ ਜੀ। ਦੇਖੋ, ਮੈਨੂੰ ਜਿਹੜੀ ਗੱਲ ਸਮਝ ਆਈ ਹੈ ਉਹ ਹੈ ਕਿ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਏ। ਧਰਮ ਸਹਿਜ ਦਾ ਰਸਤਾ ਹੈ ਭਾਈ, ਸੰਸਾਰ ਇਹ ਭਟਕਣਾ ਦਾ ਰਸਤਾ ਹੈ। ਸੰਸਾਰ ਵਿੱਚ ਜਿੰਨਾ ਤੁਸੀਂ ਤੁਰੇ ਜਾਓਗੇ ਤੁਹਾਡੀ ਭਟਕਣਾ ਵੱਧਦੀ। ਜਿੰਨਾ ਆਦਮੀ ਅਮੀਰ ਹੋਏਗਾ ਉਨੀ ਉਹਦੀ ਦਿਨ ਰਾਤ ਦੀ ਟਰੈਵਲਿੰਗ ਸ਼ੁਰੂ ਹੋ ਜਾਏਗੀ। ਧਰਮ ਦੀ ਦੁਨੀਆ ਵਿੱਚ ਜਿੰਨਾ ਆਦਮੀ ਪੁੱਗਦਾ ਜਾਏਗਾ ਉਨੀ ਉਹਦੀ ਸਮਾਧੀ ਵੱਡੀ ਹੁੰਦੀ ਜਾਏਗੀ। ਸਤਿਗੁਰੂ ਪਿਤਾ ਸਾਨੂੰ ਰੋਜ਼ ਸਮਝਾਉਂਦੇ ਨੇ ਕਿ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਮੈਂ ਸਮਝਦਾ ਤੇਰਾ ਇੱਕ ਵਾਰੀ ਕੇਸਗੜ੍ਹ ਸਾਹਿਬ ਜਾਣਾ ਲੱਖ ਵਾਰੀ ਜਾਣ ਦੇ ਬਰਾਬਰ ਹੋ ਸਕਦਾ ਹੈ, ਪਰ ਜੇ ਉੱਥੇ ਜਾ ਕੇ ਤੈਨੂੰ ਕੇਸਾਂ ਦੀ ਮਹਾਨਤਾ ਸਮਝ ਆ ਜਾਏ। ਇੱਥੇ ਮੇਰੇ ਸਤਿਗੁਰੂ ਨੇ ਕੇਸ ਰਖਾਏ ਸਨ। ਜੇ ਉੱਥੇ ਜਾ ਕੇ ਤੈਨੂੰ ਸਮਝ ਆ ਜਾਏ ਕਿ ਜੇ ਇੱਥੇ ਪੰਜ ਪਿਆਰਿਆਂ ਤੋਂ ਗੁਰੂ ਕਲਗੀਧਰ ਪਿਤਾ ਮਹਾਰਾਜ ਅੰਮ੍ਰਿਤ ਛਕ ਲੈਂਦੇ ਨੇ ਤੇ ਭਾਈ ਤੇਰੇ ਕੋਲੇ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। ਤੇਰੇ 1000 ਗੇੜਿਆਂ ਤੋਂ ਵੱਡਾ ਇੱਕ ਹੋਏਗਾ ਜੇ ਤੂੰ ਹਜੂਰ ਸਾਹਿਬ ਜਾ ਕੇ ਇੱਕ ਗੱਲ ਦ੍ਰਿੜ ਕਰ ਲਵੇਂ ਕਿ ਗੁਰੂ ਮਾਨਿਓ ਗ੍ਰੰਥ, ਕਿ ਮੈਂ ਗ੍ਰੰਥ ਨੂੰ ਹੀ ਗੁਰੂ ਮੰਨਣਾ ਹੈ, ਤੇਰੀਆਂ ਸਾਰੀਆਂ ਯਾਤਰਾ ਸਫਲ ਹੋ ਗਈਆਂ। ਤੇ ਜੇ ਹਰ ਸਾਲ ਉੱਥੇ ਵੀ ਤੂੰ ਜਾਵੇਂ ਤੇ ਫਿਰ ਬਾਹਰ ਦਾ ਵੀ ਤੇਰਾ ਭਟਕਣ ਨਾ ਖਤਮ ਹੋਵੇ ਤਾਂ ਫਿਰ ਸਮਝ ਲੈਣਾ ਕਿ ਅਜੇ ਤੂੰ ਧਰਮ ਦਾ ਪਾਂਧੀ ਨਹੀਂ ਬਣਿਆ। ਗੁਰੂ ਰਾਮਦਾਸ ਦੇ ਘਰ ਜਾਓ, ਇੱਕ ਇਸ਼ਨਾਨ ਕਰ ਲਓ, ਉਸ ਤੋਂ ਬਾਅਦ ਤੁਹਾਡੀ ਜਾਤ ਪਾਤ ਖਤਮ ਹੋ ਜਾਣੀ ਚਾਹੀਦੀ ਹੈ। ਤੇ ਜੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਪੁੱਛਣਾ ਵੀ ਭਾਜੀ ਤੁਸੀਂ ਜੱਟ ਹੁੰਨੇ ਹੋ, ਤੁਹਾਡੀ ਜਾਤ ਕਿਹੜੀ ਹੈ? ਭਾਈ ਕਨਈਏ ਦੀ ਵਡਿਆਈ ਕੀ ਹੈ ਕਿ ਉਹਨੇ ਜਾਤ ਪੁੱਛ ਕੇ ਪਾਣੀ ਨਹੀਂ ਪਿਆਇਆ, ਤੇ ਵਲੀ ਕੰਧਾਰੀ ਦੀ ਗਲਤੀ ਕੀ ਹੈ ਕਿ ਪਾਣੀ ਪਿਆਉਣ ਤੋਂ ਪਹਿਲਾਂ ਇਹ ਪੁੱਛਦਾ ਵੀ ਤੇਰੀ ਜਾਤ ਕੀ ਹੈ। ਸਾਡੇ ਕੋਲ ਦੋਵੇਂ ਵਿਅਕਤੀ ਸਾਹਮਣੇ ਨੇ। ਪਿਆਉਂਦਾ ਭਾਈ ਕਨਈਆ ਵੀ ਪਾਣੀ ਹੈ, ਪਿਆਉਂਦਾ ਵਲੀ ਕੰਧਾਰੀ ਵੀ ਪਾਣੀ ਹੈ। ਇਹ ਤਾਂ ਨਹੀਂ ਕਿ ਵਲੀ ਕੰਧਾਰੀ ਦੇ ਪਾਣੀ ਵਿੱਚ ਕੋਈ ਰੂਹ ਅਫਜਾ ਸੀਗਾ, ਉਹਦੇ ਪਾਣੀ ਦੇ ਵਿੱਚ ਕੋਈ ਦੁੱਧ ਪਾਇਆ ਹੋਇਆ ਸੀਗਾ, ਉਹਦੇ ਪਾਣੀ ਦੇ ਵਿੱਚ ਕੋਈ ਖੰਡ ਘੋਲੀ ਹੋਈ ਸੀ, ਭਾਈ ਕਨਈਏ ਦਾ ਪਾਣੀ ਫਿੱਕਾ ਸੀ। ਐਸਾ ਤਾਂ ਕੁਝ ਨਹੀਂ ਹੈ। ਪਾਣੀ ਪਰਮੇਸ਼ਰ ਦਾ ਹੈ। ਦੋ ਵਿਅਕਤੀ ਪਿਆਉਂਦੇ ਨੇ, ਇੱਕ ਹੰਕਾਰ ਦਾ ਬਾਇਸ ਹੈ, ਇੱਕ ਰੈੱਡ ਕਰਾਸ ਦਾ ਬਾਨੀ ਹੈ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜਿਨ੍ਹਾਂ ਨੇ 19 ਸਾਲ ਧਰਮ ਦੀ ਯਾਤਰਾ ਕੀਤੀ, ਧਰਮ ਕਰਮ ਕੀਤੇ, ਇਹ ਗੱਲ ਸਮਝਣ ਵਾਲੀ ਹੈ। ਕਿਉਂਕਿ ਬਹੁਤੀਆਂ ਗੱਲਾਂ ਸਾਡੇ ਸਿਰ ਦੇ ਉੱਤੋਂ ਦੀ ਲੰਘ ਜਾਂਦੀਆਂ ਨੇ। ਸਤਿਗੁਰੂ ਪਿਤਾ ਜੀ ਨੇ ਜਦੋਂ ਇਸ ਪਾਵਨ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਇਹਦੇ ਵਿੱਚ ਇੱਕ ਸ਼ਬਦ ਦਰਜ ਕੀਤਾ ਹੈ ਕਿ ਥਾਲ ਵਿੱਚ 3 ਵਸਤੂ ਪਈਓ। 3 ਦਾ ਮਤਲਬ ਹੈ 1 2 3, ਇਹ ਕਾਊਂਟਿੰਗ ਵਾਲਾ, ਗਿਣਤੀ ਵਾਲਾ 3 ਹੈ। 7 ਸੰਤੋਖ ਵਿਚਾਰੋ। अमृत नाम ठाकुर का पयो जिसका
ਸਬਜ਼ ਆਧਾਰੋ। परमात्मा का नाम तो सब का आधार है। जिहड़े जपदे ने उन्हां दा भी है, जिहड़े नहीं जपदे उन्हां दा भी है। हुण कोई आदमी कहे जी मैं तो हिंदुस्तान के कानून नूं मनदा ही नहीं, पर कानून तो उहदे वास्ते भी है। ये तो पुछ लेना वो व्यक्ति विचारे नूं जिहड़ा सोचदा सी शायद ये कानून मेरे वास्ते नहीं हैगा। ये नाम सब दे वास्ते, असी मनीए ना मनीए ये साडे सारियां दा आधार है। क्योंकि नाम के धारे सगले जंत, नाम के धारे खंड ब्रह्मांड। हुण जिहड़ा आदमी कहे मैं रब नूं नहीं मनदा, भाई तू रब नूं नहीं मनदा ते साह ते रब दा ही दिता लै रहे हैं, पानी रब दा बनाया पी रहे हैं, भोजन रब दा दिता खा रहे हैं, तू फिर भी कही जाता जी मैं तो नहीं मानता। हुण जन्म लैण तो कोई जन्म लैण तो बाद कोई कहे मैं माता पिता नूं नहीं मानता, ते भाई तेरा जन्म ते पिता दे बिंद तो होया है, मां दी कुख तो होया है। तेरे मुनकर होण नाल तू सह भंग नहीं बन लगा कि तुम समझे भी मैं तो अपने आप तो ही पैदा होया जी। नहीं भाई, इसे करके जिन्होंने समझ आई है उन्होंने ये गल कह दी कि कौन भले को मंदे, इतावल अल्लाह नूरो पाया। वो परमात्मा साडे सारियां दे जीवां दा आधार है। पर अगली गल, जे को खावे जे को पुंचै तिसका होए उधारो। वो कौन है जिसने खादा है? वो कौन है जिसनों हजम हो गया है? नहीं तो साडे विच बड़े सारे लोग ने सुंड दी गंढी लई पंसारी बन के बह गए। कहते चूहे दे हाथ सुक्का अदरक आ गया, सुंड हट्टी खोल के बह गया, कहता जी आप भी करियाना वेचते होंने आ। थां थां ते लोग गुरु बन के बह गए, दाते बन के बह गए। गुरु अमरदास जी ने जिहड़ा ये शब्द कल तो शुरू होया है, पहला उपदेश यो ही दिता सी कि हर जियो दाता अगम अथाह। दाता तो केवल रब ही है भाई, हरि है। हरि तो बिना कोई दाता है ही नहीं। तू दाता मांगण को सगली, सारी दुनिया मंगती है भाई। सारी दुनिया मंगण वास्ते आउंदी है। जगत भिखारी फिरत है, सबको दाता राम। ये सारा जगत भिखारी है भाई। दाता देण वाला ते केवल परमात्मा एक है। वो जिहड़ा एक है वो अगम है, वो साडी पहुंच तो परे है। दुनिया के जिहड़े बाकी लोग अपने आप को दाता कहने ना, उहदे कोल लोग वध घट ग्रांटां लिखा लैंदे ने, सरकारां चलियां जांदियां ने, इनकुआरियां शुरू हो जांदियां ने, वो मंत्री संतरी मुड़ के जेलां भुगते रहंदे ने। ते करवाउंदे कौन ने? जिन्हां दी पहुंच हुंदी है। पर धर्मी पुरखा जिहदा ज्ञान गुरु अमरदास महाराज कहंदे मैं तैनूं देण लगा, वो अपहुंच है। मत इस भुलेखे विच पवी कि वह किसी नूं वध दे देवेगा, किसी नूं घट दे देवेगा, जां किसी नूं मेरे हिस्से दा, मेरा शेर, मेरे वंडे दा किसी होर नूं दे देवेगा। नहीं भाई, तेरे भागां दा तैनूं ही देवेगा। इसे करके जिन्हां नूं विश्वास है वो कहंदे ने कि तुहाडे खीसे दी कोई लै सकदा है, तुहाडे मत्थे दी कौन लै सकदा है, तुहाडे हत्थ दी कोई खो सकदा है, पर तुहाडे भागां दी कौन खो सकदा है। किन्ने अमेरिका दे विच राष्ट्रपति बने
ਜਿਹੜੇ ਸਟਰੀਟ ਲਾਈਟ ਥੱਲੇ ਪੜੇ ਨੇ, ਗਲੀ ਦੀ ਬੱਤੀ ਥੱਲੇ, ਜਿਹੜੀ ਬਾਜ਼ਾਰ ਦੇ ਵਿੱਚ ਰੋਸ਼ਨੀ ਕਰਨ ਵਾਸਤੇ ਬਲਬ ਲੱਗਾ ਸੀ, ਲਾਟੂ ਜਗਦਾ ਸੀ, ਉਹਦੇ ਥੱਲੇ ਬਹਿ ਕੇ ਪੜੇ ਤੇ ਰਾਸ਼ਟਰਪਤੀ ਬਣ ਗਏ। ਕਦੇ ਡਾਕਟਰ ਮਨਮੋਹਨ ਸਿੰਘ ਜੀ ਦਾ ਜੀਵਨ ਪੜ੍ਹ ਲਾ, केवल 2 साल की उम्र है, मां चली गई है, पिता ने जैतो दे मोर्चे विच जेल कटी है, ते आप जाके जेल सुपरीडेंट नूं कहा भी मैनू कुदरत ने इस मोर्चे दे बहाने ਸਿੰਘਾਂ ਦੇ ਵਿੱਚ ਰਹਿਣ ਦਾ मौका देता है, भी मेरी झोली विच इन्हां दी लंगर दी सेवा पा दिओ। 18 महीने उन्होंने जैतो दे मोर्चे दे ਸਿੰਘਾਂ ਦੀ लंगर पकाउण दी सेवा की। पुत्र प्रधानमंत्री बन गया। मैं एक गल पहला भी सुनाई है कि एक इंग्लैंड दे विच रहन वाला व्यक्ति अपनी किरत करके कुछ डिस्टर्ब है कि ओदी रोटी रोजी ठीक नहीं। वो किसी व्यक्ति नूं कहंदा है, वो पाठ करदा सी, कीर्तन भी कर लैंदा सी, ढाडी वारां भी गा लैंदा सी। उहदा नाम है भाई मोता सिंह। वो कहंदा भी मोता सिंह भी तेरा मित्र है अजीत सों, जदों ये इंग्लैंड आया तो तू ओदी इन्नी मदद कीती है, अज वो गुरुद्वारे का प्रबंधक है, तो तू ओनू कह कि उत्थे समागम चलते रहंदे ने, तैनू समा दे दिया करे। तो वो कहन लगा भी मैं तो नहीं कहना, उन्होंने पता ही है। वो तीजा व्यक्ति कहता चलो मैं उहदे नाल गल करांगा। हुण वो अजीत सिंह कोले जांदा है भी अजीत सिंह जदों तू आया सी तेरी इस बंदे ने मदद की है, अज वो बंदा ठीक नहीं है, तू ओदी मदद कर। वो कहन लगा भी बिना रोए ते मां भी दुध नहीं दिंदी, भी वो मैनू कवे ते सही। वो फिर गया भी कहंदा भी वो तेरी मदद करने लई तैयार है, तू एक बारी कह ते सही। वो कहंदा मैं नहीं कहना। वो कहंदा मैनू उन्हें कहा है कि बिना रोए ते मां भी दुध नहीं दिंदी। तो कहन लगा फिर एक स्नेहा मेरा जाके उन्होंने होर दे दे। कहंदा वो की? कहंदा जिहदी जमदे दी मां मर जाए रो के भी की करेगा। देखो असीं एक गल सुनी है कि बिना रोए जी मां दुध नहीं दिंदी, ये तुसीं भी बोलदे होवोगे, मैं भी बोलदा वां, पर इंग्लैंड जाके मैनू समझ आई भी इस तो अगली भी गल हैगी है। वो की है? इस तो अगली गल यह है कि जिहदी जमदे दी मां मर जाए वो रो के भी की करेगा। रोवे तो जिहदी मां हैगी है, तो जिहदी मां ही मर गई वो रो के की करेगा जी। जिस गुरु रामदास दियां वडियाइयां गुरु के कीर्तनीए गा के गए ने, ये वो गुरु रामदास है जिन्होंने अपने घर विच पालना पोसना नहीं मिली, जिन्हां दे 7 साल की उम्र विच माता पिता चले गए। पर अज कितनी वडियाई है गुरु रामदास दे घर दी, किन्नियां बख्शिशां ने गुरु रामदास दे दर दियां। संसार भुंजदा है। अज उसके घर बारे की कहा जाता है? कहते डिठे सबे थाव नहीं तुद जिहा, बदो सो पुरख विधाते ता तू सोहिया। अज उस गुरु रामदास दे उस स्थान ते, उस हरि दे मंदिर दे परथाए की आख्या जाता है? तेरे वर्गे दर्शन होर किसी दे नहीं हो सकते। धन गुरु अमरदास पिता महाराज ने समझाया, दाता ते केवल एक परमात्मा है, परमात्मा तो बिना कोई दूसरा दाता नहीं। पर मनुख की करदा है? हौमै करदे आ जन्म गवाया, मैं करा कीता, मैं करांगा, मेरे बगैर कौन कर सकता है?
ਸਾਰੀ ਉਮਰ ਲੰਘੀ ਇਹਦੀ। ਬੱਚਾ ਸੀ ਜਵਾਨ ਹੋਇਆ, ਜਵਾਨ ਸੀ ਬੁੱਢਾ ਹੋਇਆ, ਬੁੱਢੇ ਤੋਂ ਡੈਥ ਬੈੱਡ ਤੇ ਚਲਾ ਗਿਆ। ਅਜੇ ਵੀ ਜੇ ਪੁੱਛੀਏ ਵੀ ਬਾਪੂ ਕੋਈ ਗੱਲ ਸੁਣਾ, ਉਦੋਂ ਵੀ ਫਿਰ ਕਹਿੰਦਾ ਪੁੱਤ ਮੈਂ ਇਹ ਕੀਤਾ, ਮੈਂ ਉਹ ਕੀਤਾ। ਇੱਕ ਵਾਰੀ ਨਹੀਂ ਮੂੰਹ ਤੋਂ ਨਿਕਲਿਆ ਵੀ ਮੇਰੇ ਤੋਂ ਪਰਮਾਤਮਾ ਨੇ ਇੰਨਾ ਕੁਝ ਕਰਾਇਆ। ਤੇ ਉਸ ਵਾਹਿਗੁਰੂ ਦਾ ਸ਼ੁਕਰ ਹੈ, ਕਰਾ ਤਾਂ ਉਹਨੇ ਕਿਸੇ ਹੋਰ ਤੋਂ ਵੀ ਲੈਣਾ ਸੀ। ਗੁਰੂ ਅਮਰਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ, ਆਗੈ ਮੋਹ ਨਾ ਚੂਕੇ ਮਾਇਆ। ਇਹੋ ਹੀ ਬਸ, ਹਮ ਕੀਆ ਹਮ ਕरेंगे ਹਮ ਮੂਰਖ ਗਵਾਰ। ਇਹ ਪਾਠ ਐਸਾ ਪੜ੍ਹ ਲਿਆ ਕਿ ਮਾਇਆ ਦਾ ਮੋਹ, ਮਾਇਆ ਦਾ ਪਿਆਰ ਖਤਮ ਨਹੀਂ ਹੋਇਆ। ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਹੋ ਸਕਿਆ। ਅੱਗੇ ਜਮ ਕਾਲ ਲੇਖਾ ਲੇਵੈ, ਜੋ ਤਿਲ ਕਹਾਣੀ ਪੀੜਾਏਂਦਾ। ਅੱਗੇ ਫਿਰ ਕੀ ਹੈ? ਅੱਗੇ ਜਮ ਰਾਜਾ ਬੈਠਾ, ਉਹ ਕਹਿੰਦਾ ਲਿਆ ਲੇਖਾ ਦੇ ਭਾਈ, ਤੂੰ ਸਵਾਸਾਂ ਰੂਪੀ ਪੂੰਜੀ ਲੈ ਕੇ ਗਿਆ ਸੀ, ਕੰਚਨ ਵਰਗਾ ਤੈਨੂੰ ਸੋਨੇ ਵਰਗਾ ਪਰਮਾਤਮਾ ਨੇ ਸਰੀਰ ਦਿੱਤਾ ਸੀ, ਤੂੰ ਇਹ ਸਾਰਾ ਕੁਝ ਹੀ ਖਰਚ ਕਰ ਦਿੱਤਾ। ਸਰੀਰ ਜਿਹੜਾ ਸੀ ਉਹ ਜਰਜਰਾ ਹੋ ਗਿਆ, ਤੇਰੇ ਵਰਤਦਿਆਂ ਵਰਤਦਿਆਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨੰਦਿਆਂ ਸਭ ਅੰਗ। ਆ ਜਿਹੜੇ ਮੂੰਹ ਦੇ ਦੰਦ ਟੁੱਟੇ ਨੇ, ਖਾਂਦਿਆਂ ਖਾਂਦਿਆਂ ਟੁੱਟੇ ਨੇ, ਇਹ ਬਚਪਨ ਵਿੱਚ ਨਹੀਂ ਸੀ ਟੁੱਟ ਗਏ। ਸਰੀਰ ਜਿਹੜਾ ਕੱਪੜੇ ਪਾਉਣ ਤੋਂ ਜਵਾਬ ਦਿੱਤਾ ਹੈ, ਇਹ ਲੱਖਾਂ ਮੀਟਰ ਕੱਪੜਾ ਪਾ ਕੇ ਇਹ ਹਾਲਤ ਬਣੀ ਹੈ ਤੇਰੀ। ਕਰੋੜਾਂ ਦੇ ਅਰਬਾਂ ਦੇ ਤੂੰ ਕੱਪੜੇ ਪਾ ਛੱਡੇ ਭਾਈ, ਪਰ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਪਰ ਕਦੇ ਤੇਰੇ ਮੂੰਹ ਤੋਂ ਇਹ ਗੱਲ ਨਿਕਲੀ ਕਿ ਜਦੋਂ ਮੂੰਹ ਵਿੱਚ ਦੰਦ ਨਹੀਂ ਸਨ ਤੇ ਰੱਬ ਨੇ ਦੁੱਧ ਦਿੱਤਾ। ਬਾਰ ਬਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਊਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਰਮਈਆ ਕੇ ਗੁਣ ਚੇਤ ਪੁਰਾਨੀ, ਕਮਣ ਮੂਲ ਤੇ ਕਮਣ ਦ੍ਰਿਸ਼ਟਾਨੀ। ਆਪਾਂ ਜਦੋਂ ਬੋਲਾਂਗੇ ਮੈਨੂੰ ਰੱਬ ਨੇ ਕੀ ਦਿੱਤਾ ਹੈ ਜੀ? ਤੈਨੂੰ ਰੱਬ ਨੇ ਸੋਨੇ ਵਰਗਾ ਸਰੀਰ ਦਿੱਤਾ ਹੈ, ਦੋ ਹੱਥ ਦਿੱਤੇ, ਦੋ ਪੈਰ ਦਿੱਤੇ, ਦੋ ਅੱਖਾਂ ਦਿੱਤੀਆਂ, ਦੋ ਕੰਨ ਦਿੱਤੇ। ਪੁੱਛੋ ਜਿਹਦਾ ਇੱਕ ਕੰਨ ਖਰਾਬ ਹੈ, ਜਿਹਦੀ ਇੱਕ ਅੱਖ ਖਰਾਬ ਹੈ, ਜਿਹਦੀ ਇੱਕ ਲੱਤ ਖਰਾਬ ਹੈ, ਜਿਹਦਾ ਇੱਕ ਹੱਥ ਖਰਾਬ ਹੈ, ਉਹਨੂੰ ਪੁੱਛ ਕੇ ਵੇਖ ਲਓ। ਤੈਨੂੰ ਤੇ ਰੱਬ ਨੇ ਸਭ ਕੁਝ ਦਿੱਤਾ ਸੀ, ਪਰ ਜੇ ਕਦੇ ਪਾਠ ਕਰਨ ਦੀ ਗੱਲ ਮੰਨ ਵੀ ਲਵੇ, ਫਿਰ ਪੁੱਛੇਗਾ ਵੀ ਕਿਹੜਾ ਪਾਠ ਕਿੰਨੇ ਦਿਨ ਕਰਨਾ ਹੈ। ਜੇ ਗੁਰਦੁਆਰੇ ਜਾਣਾ ਮੰਨ ਵੀ ਲਵੇ ਤੇ ਫਿਰ ਪੁੱਛਦਾ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਹੈ। ਅਜੇ ਵੀ ਇਹ ਨਹੀਂ ਮੰਨਿਆ ਕਿ ਠੀਕ ਹੈ ਜੀ ਮੈਂ ਰੋਜ਼ ਪਾਠ ਕਰਾਂਗਾ ਜੀ, ਮੈਂ ਰੋਜ਼ ਗੁਰਦੁਆਰੇ ਜਾਵਾਂਗਾ ਜੀ, ਮੈਂ ਜਾ ਕੇ ਰੋਜ਼ ਵਾਹਿਗੁਰੂ ਦਾ ਥੈਂਕਸ ਕਰਾਂਗਾ ਜੀ, ਸ਼ੁਕਰਾਨਾ ਕਰਾਂਗਾ ਜੀ। ਜੇ ਆਉਂਦਾ ਵੀ ਹੈ, ਅਜੇ ਵੀ ਹੰਕਾਰ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਧਰਮ ਵੀ ਹੰਕਾਰ ਬਣ ਚੁੱਕਿਆ ਹੈ। ਉਹਨਾਂ ਨੇ ਇਸ ਗੱਲ ਨੂੰ ਆਪਣੀ ਹਉਮੈ ਬਣਾ ਲਿਆ ਹੈ। ਨਾਗਪੁਰ ਤੋਂ ਇੱਕ ਭੈਣ, ਮੈਂ ਉਹਨਾਂ ਦੇ ਘਰ ਠਹਿਰਿਆ, ਇਹ ਗੱਲ ਘੱਟੋ ਘੱਟ ਵੀ 17-18 ਸਾਲ ਪੁਰਾਣੀ ਹੈ। ਕਹਿੰਦੇ ਵੀਰ ਜੀ ਸਾਡਾ ਕਰੋੜਾਂ ਦਾ ਕਾਰੋਬਾਰ ਮਿੱਟੀ ਹੋ ਗਿਆ। ਮੈਂ ਆਪਣੇ ਮਨ ਵਿੱਚ ਸੋਚਿਆ ਵੀ ਸੱਚੇ ਪਾਤਸ਼ਾਹ ਸਭ ਕੁਝ ਵਾਪਸ ਆ ਜਾਏ ਤੇ ਗੁਰੂ ਰਾਮਦਾਸ ਮੈਂ ਤੇਰੇ ਘਰ ਵਿੱਚ ਆ ਕੇ ਲੰਗਰ ਪਕਾਵਾਂ। ਆਪਣੇ ਘਰ ਤੇ ਰੋਟੀ ਪਕਾਉਂਦੀ ਨਹੀਂ ਸੀ, ਕਰੋੜਪਤੀ ਸੀ। ਵਾਹਿਗੁਰੂ ਨੇ ਸਭ ਕੁਝ ਮੋੜ ਦਿੱਤਾ। ਕਹਿੰਦੀ ਮੈਂ ਉੱਥੇ ਗਈ ਤੇ ਜੇ ਮੈਂ ਬੈਠੀ ਚਗਲੇ ਵੇਲਣੇ ਤੇ ਕਮਾਈ ਆ ਗਈ। ਕਹਿੰਦੀ ਉੱਠ ਨਹੀਂ ਕੁੜੀਏ,
ਤੇ ਕਹਿੰਦੀ ਮੈਂ ਕਿਹਾ ਵੀ ਬੇਬੇ ਮੈਂ ਪ੍ਰਸ਼ਾਦੇ ਪਕਾਉਣੇ ਨੇ। ਆ ਗਈ ਪ੍ਰਸ਼ਾਦੇ ਪਕਾਉਣ ਵਾਲੀ। 20 ਸਾਲ ਤੋਂ ਹੋ ਗਏ ਮੈਨੂੰ ਪਕਾਉਂਦੇ, ਉਦੋਂ ਕਿੱਥੇ ਸੀ ਤੂੰ? ਕਹਿੰਦੀ ਮੈਂ ਵੇਲਣੇ ਤੋਂ ਉੱਠ ਗਈ। ਕਹਿੰਦੀ ਮੈਂ ਕੁੰਡੀ ਫੜ ਲਈ ਕਿ ਚਲੋ ਲੋਹ ਤੋਂ ਰੋਟੀਆਂ ਹੀ ਥੁੱਲ ਦੇਣੀ ਆ। ਇਹਨੇ ਨੂੰ ਇੱਕ ਭਾਈ ਕੁੰਡੀ ਵਾਲਾ ਆ ਗਿਆ, ਕਹਿੰਦਾ ਬੀਬੀ ਕੁੰਡੀ ਦੇ। ਉਹ ਸਰੀਆ ਜਿਹਾ ਹੁੰਦਾ ਹੈ। ਤੂੰ ਕਹਿੰਦੀ ਮੈਂ ਕਿਹਾ ਜੀ ਮੈਂ ਰੋਟੀਆਂ ਥੁੱਲ ਦੇਣੀ। ਲੈ ਤੂੰ ਤੇ ਅੱਜ ਆਈ ਹੈ, ਸਾਨੂੰ ਤੇ 20 ਸਾਲ ਹੋ ਗਏ ਨੇ ਇੱਥੇ। ਇੱਥੇ ਧਰਮ ਵੀ ਹੰਕਾਰ ਬਣ ਜਾਂਦਾ ਹੈ। ਜਿੱਥੇ ਆਪਾਂ ਅੰਦਰ ਬੈਠੇ ਆ ਨਾ, ਇਹ ਬੈਠਣ ਦਾ ਵੀ ਹੰਕਾਰ ਹੈ। ਦੂਜਾ ਕੇ ਬਵੇ ਉਹਨੂੰ ਉਠਾ ਦਿੰਦਾ ਹੈ, ਕਹਿੰਦਾ ਮੈਂ ਇੱਥੇ ਬਹਿਣਾ, ਤੂੰ ਅੱਜ ਕਿੱਥੋਂ ਆ ਕੇ ਇੱਥੇ ਬਹਿ ਗਿਆ? ਇਸ ਹਉਮੈ ਨੇ ਜਦੋਂ ਰੱਬ ਦੇ ਘਰ ਵਿੱਚ ਜਾਣਾ ਹੈ ਤੇ ਫਿਰ ਸਾਡੇ ਕੋਲੋਂ ਲੇਖਾ ਲੈਣਾ ਹੈ ਕਿ ਰੱਬ ਨੇ ਤੇਰੇ ਕੋਲੋਂ ਕਿਸੇ ਗੱਲ ਦਾ ਹਿਸਾਬ ਲਿਆ ਸੀ, ਕੋਈ ਦਾਵਾ ਕੀਤਾ ਸੀ ਰੱਬ ਨੇ? ਰੱਬ ਕੀ ਨਹੀਂ ਸੀ ਕਰ ਸਕਦਾ? ਉਹ ਬਚਪਨ ਵਿੱਚ ਵੀ ਤੇਰੇ ਕੋਲੋਂ ਜ਼ਿੰਦਗੀ ਖੋ ਸਕਦਾ ਸੀ, ਜਵਾਨੀ ਵਿੱਚ ਵੀ ਖੋ ਸਕਦਾ ਸੀ, ਬੁਢੇਪੇ ਵਿੱਚ ਵੀ ਤੈਨੂੰ ਬਥੇਰੇ ਦੁੱਖ ਦੇ ਸਕਦਾ ਸੀ। ਪੂਰੇ ਭਾਗ ਗੁਰ ਸੇਵਾ ਹੋਈ। ਆ ਜਿਹੜੀ ਸੇਵਾ ਹੈ ਨਾ, ਇਹਨੂੰ ਹੰਕਾਰ ਨਾ ਬਣਾਇਓ ਮੈਂ ਕਰਦਾ ਜੀ। ਇਹ ਤੇ ਚੰਗੇ ਭਾਗ ਹੋਣਗੇ ਤੇ ਸੇਵਾ ਹੋਏਗੀ। ਇਹ ਗੱਲ ਯਾਦ ਰੱਖਣਾ। ਜਿਹੜੀ ਲਾਹੌਰ ਵਾਲੇ ਭਾਈ ਬੁੱਧੂ ਜੀ ਦੀ ਕਥਾ ਹੈ, ਕਥਾ ਬੜੀ ਪਿਆਰੀ ਹੈ, ਪਰ ਉਹਦਾ ਜਿਹੜਾ ਸਿਧਾਂਤ ਹੈ ਨਾ, ਉਹਦੇ ਵਿੱਚ 440 ਵੋਲਟ ਕਰੰਟ ਹੈ। 440। ਆ ਜਿਹੜੀ ਰੋਜ਼ ਬਿਜਲੀ ਅਸੀਂ ਵਰਤਦੇ ਨੇ 220 ਹੈ। 440 ਵੋਲਟ ਦਾ ਕਰੰਟ ਲੱਗੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਭਾਈ ਬੁੱਧੂ ਆਪਣੇ ਘਰ ਸੰਗਤ ਬੁਲਾ ਕੇ ਲੰਗਰ ਛਕਾ। ਹੁਣ ਉਹਨੇ ਲੰਗਰ ਵੀ ਬਣਾਇਆ, ਸੰਗਤ ਵੀ ਬੁਲਾਈ। ਜਦੋਂ ਵਿਹੜਾ ਭਰ ਗਿਆ ਤੇ ਬਾਹਰੋਂ ਬੂਹਾ ਬੰਦ ਕਰ ਦਿੱਤਾ। ਬਾਹਰੋਂ ਬੂਹਾ ਬੰਦ ਕਰ ਦਿੱਤਾ। ਤੇ ਜਦੋਂ ਬਾਹਰੋਂ ਆ ਕੇ ਗੁਰੂ ਕੇ ਨਵਾਜੇ ਸਿੱਖ ਨੇ ਕਿਹਾ ਵੀ ਭਾਈ ਦਰਵਾਜ਼ਾ ਕਿਉਂ ਬੰਦ ਹੈ? ਤੇ ਉੱਥੇ ਬੰਦੇ ਖਲੋਤੇ ਨੇ ਕਿਹਾ ਵੀ ਘਰ ਦੇ ਮਾਲਕ ਨੇ ਕਿਹਾ ਵੀ ਬੂਹਾ ਬੰਦ ਕਰ ਦਿਓ, ਘਰ ਭਰ ਗਿਆ, ਬੰਦੇ ਆ ਗਏ ਨੇ ਸਾਰੇ। ਕਹਿੰਦਾ ਇਹ ਕੌਣ ਹੁੰਦਾ ਹੈ? ਆਵਾਜ਼ ਤੇ ਲਾਹੌਰ ਵਿੱਚ ਆਈ ਸੀ ਕਿ ਅੱਜ ਉਹ ਗੁਰੂ ਦਾ ਲੰਗਰ ਹੈ, ਤੇ ਗੁਰੂ ਕੇ ਲੰਗਰ ਦੇ ਬੂਹੇ ਕੌਣ ਬੰਦ ਕਰ ਸਕਦਾ ਜੀ? ਦੇਖੋ, ਤੁਹਾਡੀ ਵਿਆਹ ਸ਼ਾਦੀ ਦੀ ਤੁਹਾਡੀ ਨਿੱਜੀ ਰੋਟੀ ਹੈ, ਤੁਹਾਨੂੰ ਹੱਕ ਹੈ, ਤੁਸੀਂ ਕਿਸੇ ਨੂੰ ਬੁਲਾਓ ਜਾਂ ਨਾ ਬੁਲਾਓ, ਪਰ ਲਿਖਣਾ ਘਰ ਕਾਰਡ ਤੇ ਗੁਰੂ ਕਾ ਲੰਗਰ, ਤੇ ਫਿਰ ਕਹਿਣਾ ਵੀ ਤੂੰ ਖਾ ਸਕਦਾ ਹੈ ਤੇ ਤੂੰ ਨਹੀਂ ਖਾ ਸਕਦਾ। ਇਹ 440 ਵੋਲਟ ਕਰੰਟ ਹੈ। ਕਰਨੀ ਸੇਵਾ ਤੇ ਫਿਰ ਕਹਿਣਾ ਜੀ ਮੈਂ ਇਹਦੀ ਜੁੱਤੀ ਤੇ ਪਾਲਿਸ਼ ਕਰਾਂਗਾ, ਇਹਦੀ ਨਹੀਂ ਕਰਾਂਗਾ ਜੀ, ਮੈਂ ਇਹਨੂੰ ਕੜਾ ਪ੍ਰਸ਼ਾਦ ਦਿਆਂਗਾ ਜੀ, ਇਹਨੂੰ ਨਹੀਂ ਦਿਆਂਗਾ ਜੀ, ਮੈਂ ਇਹਦੇ ਤੇ ਪੱਖਾ ਚੱਲਾਂਗਾ ਜੀ, ਇਹਦੇ ਤੇ ਨਹੀਂ ਚੱਲਾਂਗਾ ਜੀ। ਇੰਨਾ ਵੱਡਾ ਕਰੰਟ ਲੱਗੇਗਾ ਵੀ ਸਾਰੀ ਕੁਝ ਐਵੇਂ ਹੀ ਚਲਾ ਜਾਏਗਾ। ਇਹ ਮਤ ਥੋੜੀ ਸੇਵ ਗਵਾਈ ਹੈ। ਥੋੜੀ ਅਕਲ ਨਾਲ ਕੀਤੀ ਵੱਡੀ ਸੇਵਾ ਵੀ ਗਵਾਚ ਜਾਏਗੀ। ਨਦਰ ਕਰੇ ਤਾਂ ਸੇਵੇ ਕੋਈ ਹੈ, ਕੋਈ ਐਸਾ ਭਾਈ? ਸਤਿਗੁਰੂ ਪਿਤਾ ਜੀ ਕਹਿੰਦੇ ਨੇ ਜੇ ਉਹਦੀ ਮਿਹਰ ਹੋਈ ਤੇ ਤੂੰ ਸੇਵਾ ਕਰੇਗਾ, ਨਹੀਂ ਤੇ ਤੇਰੀ ਸੇਵਾ ਵੀ ਜਿਹੜੀ ਹੈ ਨਾ ਇੱਕ ਹੰਕਾਰ ਬਣ ਕੇ ਤੈਨੂੰ ਫਲ ਨਹੀਂ ਦੇਵੇਗੀ। ਕਿਉਂਕਿ ਸੇਵਾ ਨੂੰ ਮੇਵਾ ਜ਼ਰੂਰ ਲੱਗਦਾ ਹੈ, ਸੇਵਾ ਦਾ ਫਲ ਜ਼ਰੂਰ ਮਿਲਦਾ ਹੈ, ਪਰ ਜੇ ਸੇਵਾ ਹੋਈ ਨਹੀਂ ਤੇ ਫਲ ਕਿੱਥੋਂ ਆਉਣਾ? ਕਿਉਂਕਿ ਉਹ ਤੇ ਹੰਕਾਰ ਬਣ ਗਿਆ, ਸੇਵਾ ਤੇ ਬਣੀ ਨਹੀਂ। ਮੈਨੂੰ ਤਾਂ ਇੰਨੇ ਸਾਲ ਹੋ ਗਏ ਜੀ, ਕਿਸੇ ਆਦਮੀ ਨੂੰ ਕਹਿ ਦਿਓ ਭਾਜੀ ਤੁਸੀਂ ਇਹ ਕੰਮ ਨਾ ਕਰੋ, ਕਹਿੰਦੇ ਜੀ 20 ਸਾਲ ਹੋ ਗਏ, ਤੇ ਫਿਰ ਉਹਨੂੰ ਹੱਥ ਜੋੜ ਕੇ ਪੁੱਛੀਦਾ ਵੀ ਜੇ ਬੰਦਾ 20 ਸਾਲ ਤੋਂ ਸ਼ਰਾਬ ਪੀਂਦਾ ਹੋਵੇ ਤੇ ਪੀਂਦੇ ਰਹਿਣਾ ਚਾਹੀਦਾ ਨਾ ਫਿਰ ਤਾਂ, ਕਿਉਂਕਿ 20 ਸਾਲ ਜੂ ਹੋ ਗਏ। ਨਹੀਂ ਜੀ, ਤੇ ਫਿਰ ਜੇ ਨਹੀਂ ਜੀ ਤੇ ਫਿਰ ਇਹ ਚੀਜ਼ ਗੱਲ ਹਰ ਇੱਕ ਤੇ ਲਾਗੂ ਹੋਏਗੀ।
अगर तैनू अज समझ आ गई कि 20 साल तो मैं गलती करदा, तैनू एकदम छड़ देनी चाहिए है। तेरे 20 सालों का भी भला हो सकता है, रब मान लवेगा कि इन्हें अनजाने विच कीती है। पर जे तू कहे जी मैं तो हुण करांगा ही करांगा, तो तेरे पिछले 20 साल भी काउंट हो जाने ने भी ये 20 सालों तो जानबूझ के कर रहे हैं। पिछली 20 सालों की माफी भी कोई नहीं होनी, पिछले 20 सालों का भी सारा लेखा जोखा फिर तैनू ही देना पवेगा। जम काल तिस नेड़ ना आवे, महल सच्चे सुख पाएंदा। जिदे ते रब दी मेहर हो जाए, उहदे नेड़े तो जमदूत आउंदे ही नहीं। वो लेखा क्यों देवेगा जी? वो कोलू विच नहीं पीड़िया जाएगा। तिन सुख पाया जो तुद पाए, जिहड़े रब नूं भाग है, जिन्हां रब, जिन्हां दी सेवा रब नूं चंगी लगी, वो सुखी हो गया। पूरे भाग गुर सेवा लाए, जिहदे पूरे भाग ने वो सेवा ते लगदा है। दूजे बंदे नूं रब अपनी सेवा ते नहीं लाउंदा। इनू अपनी इनू समझो गुड लक की है ते बैड लक की है, खुशकिस्मती की है, बदकिस्मती की है। एवें घर दीयां चीज़ां समझ के गिनी जाने आ, गुड लक बैड लक। गुड लक बैड लक तेरी ये है कि की गुरुद्वारे आके भी तू कुछ पाया कि नहीं पाया। एक आदमी जिस दिन विआह होया, डोली घर आई, घर रात नहीं सुता। घर वाली नूं घर छड्डिया, फिर गुरुद्वारे आ गया, सेवा करदा सी। 35-40 साल सेवा की, 10-15 साल तो मैं भी वहिंदा रहा, मेरे बराबर भी करते रहे सेवा। पर बड़े सारे लोगों ने आके कहना जी गंदियां गालां बहुत कढ़दे ने, सब की बेइज्जती बड़ी करते हैं। तो मैं एक ही बेनती करता हुंदा सी भी तुसीं शुक्र करो कि एडी वड्डी अपनी जिंदगी लगा के ये बंदा अजे भी खाली है। जे कुछ मिल जाता तो इन्हूं गालां कड्ढण दी लोड़ की पैनी सी? इन्हें तो सानूं उदों ही भेडां बकरियां कह के बना दिया करना सी। इहदे शब्दां 'च सिद्धी आ जानी चाहिदी सी, इहदी नज़र विच ताकत आ जानी चाहिदी सी, जिहदे अल वेंदा ਉਹਦੇ ਵਾਰੇ ਨਿਆਰੇ हो जाते। मैं अपनी नानी नूं वेखिया, 100 साल तो वड्डी सी। मरण तो पहला मेरी नानी दियां पोतरियां दियां वोटियां जड़ियां सी वो लड़दियां हुंदियां सी कि अगले महीने मां जी की मंजी मैं अपने घर लैके जानी है। जिहदे घर मां जी की मंजी चली जाती सी, उहदे घर दे काम सीधे हो जाते सी। पर मां जी कौन सी? 80-85 साल तक अपनियां नोहां कोल नहीं गई। तो जो सारिया कहना भी मां जी हुण तुसीं चले जाओ, बजुर्ग हो गए हो, तो कहना पुत मैं होवां बैठी विहड़े विच ते कोई आके मंगे रोटी, तो ये कुड़ियां उहनूं खाली मोड़ देण, तो पुत फिर मैं तो बैठी बैठी मर गई ना। ये गृहस्थी दा धर्म है। तू घर बैठा है, तेरे घरों रोटी तो कोई भुखा नहीं जाना चाहिए। गृहस्थी ये नहीं हुंदा भी ओदे बैडरूम किन्ने ने जी, ओदे ड्राइंग रूम किन्ने ने जी, ओदे घर दे बाहर औडियां कारां किन्नियां खड़ियां ने। ये गृहस्थी नहीं है, ये तो अमीरी है। गृहस्थी वो है जिहदे घरों कोई भुखा नहीं मुड़िया। बड़ा वड्डा धर्म है गृहस्थ धर्म। कहना पुत्र जे मेरे बैठिया घरों को भुखा तुर गया वापस, मैं तो फिर जूंदी मर गई ना। कदे आपां इदां सोचे? सतगुरु पिता महाराज समझाउंदे ने, तिन सुख पाया जो तुद पाए। सवाल है नहीं कि तू सेवा किन्नी कीती है, सवाल है भी गुरु हरकृष्ण साहब नूं तू चंगा भी लगदा है। कदे पुछ सच्चे पातशाह नूं भी महाराज मैं तुहानूं भाउंदा भी हाँ। पूरे भाग गुर सेवा लाए, जिदे पूरे भाग होणगे सेवा करेगा। तेरे हथ है सब वडियाई, जिस देवे सो पाएगा। वडियाइयां तो तेरे हथ विच ने। ये कलगियां बंदे नहीं लाउंदे, वडियाइयां बंदे नहीं कदे करदे।
ਦੁਨੀਆ ਨਾ ਸਲਾਹੇ ਜੋ ਮਰ ਵੰਝਸੀ। ਇਹ ਜੱਗ ਕਊਆ ਮੁਖ ਚੁੰਚ ਗਿਆਨ, ਇੱਕ ਸੰਸਾਰ ਤੇ ਕਾਂ ਵਰਗਾ ਹੈ। ਇਹਨੇ ਤੁਹਾਡੀ ਉਸਤਤ ਨਹੀਂ ਕਰਨੀ। ਇਹਨਾਂ ਕੋਲੋਂ ਕਦੇ ਨਾ ਉਡੀਕਿਓ ਜੇ ਕਿ ਮੈਨੂੰ ਚਾਰ ਬੰਦੇ ਚੰਗਾ ਕਹਿਣਗੇ ਤੇ ਮੈਂ ਕੰਮ ਕਰਾਂਗਾ। ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਹਨਾਂ ਲੋਕਾਂ ਦੀ ਚੰਗਿਆਈ ਤੋਂ ਕੀ ਲੈਣਾ? ਇਸ ਕਰਕੇ ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵੇਂ ਸੋ ਪਾਏਂਦਾ। ਵਡਿਆਈਆਂ ਤੇਰੇ ਹੱਥ ਵਿੱਚ ਨੇ, ਜਿਹਨੂੰ ਤੂੰ ਦੇਵੇਂਗਾ ਉਹ ਪ੍ਰਾਪਤ ਕਰੇਗਾ। ਅੰਦਰ ਪ੍ਰਗਾਸ ਗੁਰੂ ਤੇ ਪਾਏ, ਅੰਦਰ ਦਾ ਚਾਨਣ ਗੁਰੂ ਤੋਂ ਮਿਲਦਾ ਹੈ। ਨਾਮ ਪਦਾਰਥ ਮਨ ਵਸਾਏ, ਹਿਰਦੇ ਵਿੱਚ ਨਾਮ ਵਾਹਿਗੁਰੂ ਤੋਂ ਵਸਦਾ ਹੈ। ਤੂੰ ਆਪਣੀ ਕੋਸ਼ਿਸ਼ ਨਾਲ ਚਾਹਵੇਂ, ਤੇਰੇ ਹਿਰਦੇ ਵਿੱਚ ਨਾਮ ਨਹੀਂ ਵਸੇਗਾ, ਪਰ ਜਿੱਦਨ ਉਹਦੀ ਨਜ਼ਰ ਹੋ ਜਾਏਗੀ ਉਦਨ ਵਸ ਜਾਏਗਾ। ਇਹਦਾ ਅਰਥ ਕੀ ਹੈ ਕਿ ਮੈਨੂੰ ਨਾਮ ਨਹੀਂ ਜਪਣਾ ਚਾਹੀਦਾ? ਜਪਣਾ ਚਾਹੀਦਾ, ਪਰ ਨਾਲ ਦੋ ਹੱਥ ਵੀ ਜੋੜਨੇ ਚਾਹੀਦੇ ਨੇ ਕਿ ਸੱਚੇ ਪਾਤਸ਼ਾਹ ਮੇਰਾ ਵਾਹਿਗੁਰੂ ਕੀਤਿਆਂ ਕੁਝ ਨਹੀਂ ਹੋਣਾ। ਜਿੱਦਨ ਤੂੰ ਤਰੁੱਠੇਗਾ ਉਦਨ ਵਾਹਿਗੁਰੂ ਹਿਰਦੇ ਵਿੱਚ ਜਾਏਗਾ। ਇਹਦਾ ਅਰਥ ਹੈ ਵਾਹਿਗੁਰੂ ਨੂੰ ਵੀ ਹੰਕਾਰ ਨਾ ਬਣਾਵੀਂ ਕਿ ਮੈਂ ਤੇ ਜੀ ਇੰਨਾ ਨਾਮ ਜਪਦਾ। ਜੇ ਤੂੰ ਇੰਨੇ ਘੰਟੇ ਵੀ ਨਾਮ ਜਪੇ ਤਾਂ ਵੀ ਹੱਥ ਜੋੜੀ ਵੀ ਸੱਚੇ ਪਾਤਸ਼ਾਹ ਕੋਈ ਕਿਣਕਾ ਮੇਰੇ ਹਿਰਦੇ ਵਿੱਚ ਵੀ ਵਸਾ ਦਿਓ, ਕਿ ਇਹ ਕੇਵਲ ਮੂੰਹ ਦੀ ਐਕਸਰਸਾਈਜ਼ ਹੀ ਬਣ ਕੇ ਰਹਿ ਜਾਏਗਾ। ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਇਆ। ਗਿਆਨ ਦਾ ਰਤਨ ਸਦਾ ਹਿਰਦੇ ਵਿੱਚ ਰੋਸ਼ਨੀ ਕਰਦਾ ਹੈ। ਅਗਿਆਨਤਾ ਸਤਿਗੁਰੂ ਮਟਾ ਦਿੰਦੇ ਨੇ। ਅਗਿਆਨੀ ਅੰਧੇ ਦੂਜੇ ਲਾਗੇ। ਅਗਿਆਨੀ ਤੇ ਅੰਧਾ ਕੌਣ ਹੈ? ਜਿਹੜਾ ਰੱਬ ਦੇ ਰਸਤੇ ਤੋਂ ਦੂਜੇ ਰਸਤੇ ਤੇ ਤੁਰ ਗਿਆ। ਬਿਨ ਪਾਣੀ ਡੁੱਬ ਮੂਏ ਅਭਾਗੇ। ਉਹ ਤੇ ਬਿਨਾ ਪਾਣੀ ਤੋਂ ਤ੍ਰਿਸ਼ਨਾ ਦੀ ਅਗਨੀ ਵਿੱਚ ਹੀ ਡੁੱਬ ਕੇ ਮਰ ਗਿਆ। ਚੱਲਦਿਆਂ ਘਰਦਾਰ ਨਜ਼ਰ ਨਾ ਆਵੇ, ਜਮਦਰ ਬੰਦਾ ਦੁੱਖ ਪਾਏਂਦਾ। ਜਿਉਂਦਿਆਂ ਉਹਨੂੰ ਸਮਝ ਨਹੀਂ ਆਈ ਕਿ ਅਸਲੀ ਘਰ ਇਹ ਨਹੀਂ ਹੈ, ਅਸਲੀ ਘਰ ਮੇਰਾ ਉਹ ਹੈ। ਅਖੀਰ ਜਮਦੂਤ ਬਨ ਕੇ ਲੈ ਗਏ, ਸਾਰੀ ਉਮਰ ਦੁਖੀ ਹੋਇਆ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰੂ ਦੀ ਸੇਵਾ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ। ਗਿਆਨੀ ਧਿਆਨੀ ਪੁੱਛੋ, ਕੋਈ ਪੁੱਛੋ ਜਿਹਨੂੰ ਕਿਸੇ ਨੂੰ ਧਰਮ ਦੀ ਸੋਝੀ ਹੈ। ਸਤਿਗੁਰ ਸੇਵੇ ਤਿਸ ਮਿਲੇ ਵਡਿਆਈ, ਦਰ ਸੱਚੇ ਸ਼ੋਭਾ ਪਾਏਂਦਾ। ਸਤਿਗੁਰੂ ਨੂੰ ਮਿਲੇਗਾ, ਵਡਿਆਈਆਂ ਮਿਲਣਗੀਆਂ, ਰੱਬ ਦੇ ਘਰ ਵਿੱਚ ਤੈਨੂੰ ਮਾਣ ਮਿਲੇਗਾ। ਗੁਰੂ ਸਮਝਾਏਗਾ ਕਿ ਪਾਠ ਕਿਵੇਂ ਕਰਨਾ ਹੈ, ਸੇਵਾ ਕਿਵੇਂ ਕਰਨੀ ਹੈ। ਪਾਠ ਅਸੀਂ ਕਰਦੇ ਹਾਂ, ਸੇਵਾ ਅਸੀਂ ਕਰਦੇ ਹਾਂ, ਪਰ ਉਹ ਪਾਠ ਜਾਂ ਤੇ ਸਾਡਾ ਹੰਕਾਰ ਬਣ ਗਿਆ, ਸੇਵਾ ਜਾਂ ਤੇ ਸਾਡਾ ਹੰਕਾਰ ਬਣ ਗਈ ਹੈ, ਤੇ ਜਾਂ ਫਿਰ ਅਸੀਂ ਇਹਦੇ ਨਾਲ ਦੂਜਿਆਂ ਦੇ ਬਾਰੇ ਮਾੜਾ ਸੋਚਣਾ ਸ਼ੁਰੂ ਕਰ ਦਿੱਤਾ ਹੈ। ਇੱਕ ਐਸਾ ਪਰਿਵਾਰ, ਚਾਰ ਭਰਾਵਾਂ ਨੇ ਆਪਣੇ ਚਾਚੇ ਦੇ ਇਕੱਲੇ ਪੁੱਤਰ ਨੂੰ ਮਾਰਨ ਵਾਸਤੇ ਤਰਨ ਤਾਰਨ ਸਾਹਿਬ ਦੀ ਮੱਸਿਆ ਸੁਖ ਲਈ ਕਿ ਮਹਾਰਾਜ ਅਸੀਂ ਚਾਰਿਆਂ ਚੋਂ ਇੱਕ ਭਰਾ ਹਰ ਮੱਸਿਆ ਤੇ ਆਵਾਂਗੇ, ਇਹ ਚਾਚੇ ਦਾ ਪੁੱਤ ਮਰ ਜਾਏ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਪਹਿਲੀ ਮੱਸਿਆ ਤੇ ਵੱਡਾ ਭਰਾ ਮਰਿਆ, ਦੂਜੀ ਤੇ ਦੂਜਾ ਮਰਿਆ, ਤੀਜੀ ਤੇ ਤੀਜਾ ਮਰਿਆ, ਤੇ ਚੌਥਾ ਮੈਨੂੰ ਮਿਲਿਆ ਲੁਧਿਆਣੇ 3 ਵੀਲਰ ਚਲਾਉਂਦਾ। ਕਹਿੰਦਾ ਗਿਆਨੀ ਜੀ ਮੈਂ ਤੇ ਪਿੰਡ ਹੀ ਛੱਡ ਕੇ ਭੱਜ ਆਇਆ। ਚਾਚੇ ਦਾ ਪੁੱਤ ਨਹੀਂ ਮਰਿਆ। ਕਹਿੰਦਾ ਮੇਰੇ ਤਿੰਨ ਜ਼ਰੂਰ ਮਰ ਗਏ ਭਰਾ। ਇਸ ਕਰਕੇ ਬੁਰਾ ਚਿਤਵਣ ਤੋਂ ਪਹਿਲਾਂ, ਬੁਰਾ ਸੋਚਣ ਤੋਂ ਪਹਿਲਾਂ, ਬੁਰਾ ਮੰਗਣ ਤੋਂ ਪਹਿਲਾਂ ਇਹ ਗੱਲ ਸੋਚ ਲੈਣਾ ਕਿ ਜੋ ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪ੍ਰੈਕਟੀਕਲ ਸੁਣਾਈ ਹੈ। ਮੈਨੂੰ ਖੁਦ ਆਦਮੀ ਆਪਣੇ ਘਰ ਲਿਜਾ ਕੇ ਪ੍ਰਸ਼ਾਦਾ ਵੀ ਛਕਾਇਆ ਉਹਨੇ, ਔਰ ਸਪੈਸ਼ਲ ਕਹਿੰਦਾ ਮੈਂ ਗਿਆਨੀ ਜੀ ਇਸੇ ਕਰਕੇ ਤੁਹਾਨੂੰ ਘਰ ਲੈ ਕੇ ਆਇਆ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਸੱਚ ਦੱਸਣਾ ਚਾਹੁੰਦਾ ਕਿ ਅਸੀਂ ਚਾਰ ਭਰਾਵਾਂ ਨੇ ਮੱਸਿਆ ਸੁਖੀ ਕਿ ਚਾਚੇ ਦਾ ਪੁੱਤ ਮਰ ਜਾਏ, ਕਿਉਂਕਿ ਇਕੱਲਾ ਬਰਾਬਰ ਦੀ ਪ੍ਰਾਪਰਟੀ ਜਾਇਦਾਦ ਦਾ ਮਾਲਕ ਹੈ। ਕਹਿੰਦਾ ਪਰ ਅਸੀਂ ਤਿੰਨ ਮਰ ਗਏ, ਉਹਦਾ ਮਾਲ ਵੀ ਵਿੰਗਾ ਨਹੀਂ ਹੋਇਆ।
ਕਈਆਂ ਦੀ ਸੇਵਾ ਤੇ ਪਾਠ ਦੂਜਿਆਂ ਦੇ ਬਾਰੇ ਮਾੜਾ ਸੋਚਣ ਤੇ ਹੀ ਲੰਘ ਜਾਂਦੀ ਹੈ। ਨਾ ਭਾਈ, ਕਦੇ ਐਸਾ ਮਨ ਵਿੱਚ ਬੁਰਾ ਵਿਚਾਰ ਲੈ ਕੇ ਨਹੀਂ ਆਉਣਾ। ਸਤਿਗੁਰੂ ਨੂੰ ਸੇਵੇ ਤਿਸ ਆਪ ਮਿਲਾਏ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਉਹ ਕੌਣ ਨੇ? ਜਿਨ੍ਹਾਂ ਨੂੰ ਪਰਮੇਸ਼ਰ ਆਪ ਮਿਲਾਉਂਦਾ ਹੈ। ਮਮਤਾ ਕਾਟ ਸੱਚ ਦੇ ਬੁਲਾਏ, ਉਹਨਾਂ ਦੀ ਮਮਤਾ ਕੱਟ ਦਿੱਤੀ ਹੈ। ਉਹ ਸੱਚ ਦੇ ਨਾਲ ਜੁੜ ਗਏ। ਸਦਾ ਸੱਚ ਵਣਜੈ ਵਪਾਰੀ ਨਾਮੋ ਲਾਹਾ ਪਾਏਂਦਾ। ਉਹ ਸੱਚ ਦਾ ਵਣਜ ਕਰਦੇ ਨੇ, ਸੱਚ ਦਾ ਉਹਨਾਂ ਨੂੰ ਲਾਭ ਮਿਲਦਾ ਹੈ। ਆਪੇ ਕਰੇ ਕਰਾਏ ਕਰਤਾ। ਕਰਨ ਵਾਲਾ ਕਰਾਉਣ ਵਾਲਾ ਕੌਣ ਹੈ? ਪਰਮੇਸ਼ਰ ਆਪ ਹੈ। ਸ਼ਬਦ ਮਰੇ ਸੋਈ ਜਨ ਮੁਕਤਾ। ਜਿਹੜਾ ਬਾਣੀ ਦੇ ਰਾਹੀਂ ਆਪੇ ਭਾਵ ਨੂੰ ਮਾਰਦਾ ਹੈ ਉਹ ਮੁਕਤ ਹੈ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏਂਦਾ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ, ਜਿਹੜੇ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦੇ ਨੇ, ਉਹਨਾਂ ਦਾ ਹੀ ਲੋਕ ਸੁਖੀ ਹੈ, ਉਹਨਾਂ ਦਾ ਹੀ ਪਰਲੋਕ ਸੁਹੇਲਾ ਹੈ। ਅੱਜ 5:30 ਵਜੇ ਕੈਂਡਲ ਮਾਰਚ ਹੋਣਾ ਹੈ। ਬੱਚੇ ਗੁਰਪ੍ਰੀਤ ਸਿੰਘ ਨੂੰ ਇੱਕ ਵਿਅਕਤੀ ਨੇ ਇਸ ਕਰਕੇ ਮਾਰ ਦਿੱਤਾ ਕਿ ਉਸਨੇ ਸਿਗਰਟ ਦੇ ਧੂਏ ਤੋਂ ਰੋਕਿਆ। ਮਤ ਸੋਚਣਾ ਕਿ ਉਹ ਕਿਸੇ ਮਾਂ ਪਿਓ ਦਾ ਪੁੱਤਰ ਸੀ, ਕਿਸੇ ਇਕਲੌਤੀ ਭੈਣ ਦਾ ਇਕਲੌਤਾ ਭਰਾ ਸੀ। ਕੱਲ ਤੁਸੀਂ ਉਹਦੀਆਂ ਫੋਟੋ ਵੇਖੀਆਂ ਹੋਣਗੀਆਂ, ਜਦੋਂ ਮਾਂ-ਬਾਪ ਉਹਦੀ ਅਰਥੀ ਲੈ ਕੇ ਤੁਰਦਾ ਹੈ ਤੇ ਉਹਦੇ ਕਲਗੀ ਲਾਈ ਜਾਂਦੀ ਹੈ, ਉਹਦੇ ਹਾਰ ਪਾਏ ਜਾਂਦੇ ਨੇ ਗਲ ਵਿੱਚ, ਜਿਵੇਂ ਇੱਕ ਲਾੜਾ ਹੁੰਦਾ ਹੈ। ਕਿਉਂਕਿ ਮਾਂ-ਬਾਪ ਦੇ ਚਾਅ ਸੀ ਕਿ ਅਸੀਂ ਇਸ ਪੁੱਤਰ ਦਾ ਵਿਆਹ ਕਰਨਾ ਹੈ, ਪਰ ਉਹਨਾਂ ਨੂੰ ਕੀ ਪਤਾ ਸੀ ਵੀ ਇਹਦੀ ਅਰਥੀ ਚੁੱਕਣੀ ਪੈਗੀ। ਇਸ ਕਰਕੇ ਜਨਤਕ ਥਾਵਾਂ ਤੋਂ ਸਿਗਰਟ ਬੀੜੀ ਰੋਕੀ ਗਵਰਨਮੈਂਟ ਨੇ। ਕਾਨੂੰਨ ਗਵਰਨਮੈਂਟ ਨੇ ਬਣਾਇਆ ਹੈ ਤੇ ਪੁੱਛੋ ਲਾਗੂ ਕਿਹਨੇ ਕਰਨਾ ਹੈ? ਫਿਰ ਇਹੋ ਜਿਹੇ ਹੱਕ ਕਿਹਨੂੰ ਕਿਵੇਂ ਮਿਲ ਗਏ ਕਿ ਉਹ ਆ ਕੇ ਕਿਸੇ ਦਾ ਮਰਡਰ ਕਰ ਸਕਦਾ ਹੈ? ਚਲੋ ਉਹਨੇ ਤੇ ਜੋ ਪਾਪ ਕੀਤਾ ਸੋ ਕੀਤਾ, ਪੁਲਿਸ ਨੇ ਉਦੋਂ ਵੱਧ ਕਰ ਦਿੱਤੀ, ਕਹਿ ਦਿੱਤਾ ਜੀ ਇਹ ਤਾਂ ਐਕਸੀਡੈਂਟ ਹੈ। ਪਰ ਜਦੋਂ ਦਿੱਲੀ ਕਮੇਟੀ ਨੇ ਡੰਡਾ ਖੜਕਾਇਆ ਫਿਰ ਮੰਨ ਗਏ ਵੀ ਨਹੀਂ ਇਹ ਮਰਡਰ ਹੈ। ਅਜੇ ਵੀ ਬਹੁਤ ਕੁਝ ਬਾਕੀ ਹੈ। ਮੁਆਵਜ਼ਾ ਮਿਲਣਾ ਚਾਹੀਦਾ ਹੈ, ਉਹਨਾਂ ਕਾਤਲਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ, ਔਰ ਅੱਗੋਂ ਵਾਸਤੇ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਮੁੜ ਕੇ ਕਿਸੇ ਮਾਂ ਪਿਓ ਦਾ, ਕਿਸੇ ਭੈਣ ਦਾ ਵੀਰ ਗੁਰਪ੍ਰੀਤ ਮੁੜ ਕੇ ਨਹੀਂ ਮਰਨਾ ਚਾਹੀਦਾ। ਇਸ ਕਰਕੇ ਅੱਜ 5:30 ਵਜੇ ਆਪ ਜੀ ਸਾਰੇ ਕਿਰਪਾ ਕਰੋ, ਗੁਰਦੁਆਰਾ ਮਾਤਾ ਸੁੰਦਰੀ ਜੀ ਪਹੁੰਚੋ। ਕੈਂਡਲ ਮਾਰਚ ਹੋਏਗਾ। ਜੋ ਦਿੱਲੀ ਪੁਲਿਸ ਦਾ ਹੈੱਡਕੁਆਟਰ ਹੈ ਉੱਥੋਂ ਤੱਕ ਜਾ ਕੇ ਉਹਨਾਂ ਨੂੰ ਦੱਸਣਾ ਹੈ ਕਿ ਲਾਅ ਐਂਡ ਆਰਡਰ ਕੀ ਹੈ। ਉਹ ਸਿੱਖ ਜਿਨ੍ਹਾਂ ਨੇ ਹਿੰਦੁਸਤਾਨ ਬਚਾਇਆ ਹੈ, ਅੱਜ ਉਹਨਾਂ ਦੇ ਵਾਸਤੇ ਤੁਸੀਂ ਦੂਰੇ ਤੀਰੇ ਤਰੀਕੇ ਦੇ ਕਾਨੂੰਨ ਰੱਖੇ ਹੋਏ ਨੇ ਕਿ ਇੱਕ ਨੌਜਵਾਨ ਬੱਚਾ ਮਰ ਜਾਏ ਤੇ ਕਿਹਾ ਜਾਵੇ ਕਿ ਨਹੀਂ ਜੀ ਇਹ ਤੇ ਇੱਕ ਐਕਸੀਡੈਂਟ ਹੈ, ਕਿਉਂਕਿ ਕਰਨ ਵਾਲਾ ਅਮੀਰ ਹੈ, ਕਰਨ ਵਾਲਾ ਸ਼ਰਾਬੀ ਹੈ, ਕਰਨ ਵਾਲਾ ਸਿਗਰਟ ਨੋਸ਼ੀ ਕਰਦਾ ਹੈ, ਕਰਨ ਵਾਲੇ ਦੇ ਕੋਲ 4 ਬੰਦਿਆਂ ਦੀ ਪਹੁੰਚ ਹੈ ਤੇ ਉਸ ਜੋ ਮਰਜ਼ੀ ਕਰ ਸਕਦਾ ਹੈ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਉਸ ਮਾਰਚ ਵਿੱਚ ਸ਼ਾਮਲ ਹੋਵੋ। ਭੁੱਲਾਂ ਬਖਸ਼ ਦੇਣੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sri Hare Krishna Piyaye, Sri Hare Krishna Piyaye, Jis dite sab dukh jaye, Sri Hare Krishna Piyaye, Jis dite sab dukh Sri Hare Krishna Piyaye, Sri Hare Krishna Piyaye, Jis dite sab dukh jaye.
This program is sponsored by Simco, a name you can rely upon. नानक नाम चढ़ती कला, नानक नाम चढ़ती कला, तेरे पानी सरबत दा भला, 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 सरबत दा भला। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। Simco Supreme Hair Fixer, Simco Classic Hair Fixer। ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਵਿੱਚ ਹਾਜ਼ਰ ਕਰਨ ਲਈ ਸੁੰਦਰ ਕਢਾਈ ਵਾਲੇ ਰੁਮਾਲੇ ਅਤੇ ਚੰਦੋਆ ਸਾਹਿਬ ਬੜੇ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਤਿਆਰ ਕੀਤੇ ਜਾਂਦੇ ਹਨ। ਦਸ਼ਮੇਸ਼ ਰੁਮਾਲੇ, ਜਸਵਿੰਦਰ ਸਿੰਘ, ਸ਼ਾਪ ਨੰਬਰ 12, ਹਨੂਮਾਨ ਰੋਡ ਮਾਰਕੀਟ, ਨੀਅਰ ਗੁਰਦੁਆਰਾ ਬੰਗਲਾ ਸਾਹਿਬ, ਕਨੌਟ ਪਲੇਸ, ਨਿਊ ਦਿੱਲੀ। 011 233